ਆ ਦਿੱਲੀ ਵਿੱਚ ਸਿੱਖ ਸਦਭਾਵਨਾ ਦਲ ਨੇ ਚੋਣਾਂ ਲੜੀਆਂ। ਜੋ ਲੋਕਾਂ ਨੇ ਮੁੱਦੇ ਮੂੰਹ ਇਹਨਾਂ ਨੂੰ ਸਿੱਟਿਆ ਉੱਥੇ ਸਣੇ ਬਲਦੇਵ ਸਿੰਘ ਵਡਾਲੇ ਦੇ। ਤੋ ਇਸ ਕਰਕੇ ਅਸੀਂ ਤਾਂ ਅੰਦਰੋਂ ਆਵਾਜ਼ ਆਤਮਾ ਦੀ ਸੁਣ ਕੇ ਤੇ ਸੱਚ ਦੇ ਨਾਲ ਖੜੇ ਹਾਂ। ਤੇ ਸਾਨੂੰ ਇਹ ਮਾਣ ਹੈ ਕਿ ਅਸੀਂ ਪੰਥਕ ਮੁੱਦਿਆਂ ਲਈ ਖੜੇ ਹਾਂ, ਅਸੀਂ ਧਾਰਮਿਕਤਾ ਲਈ ਖੜੇ ਹਾਂ, ਅਸੀਂ ਕੌਮ ਲਈ ਖੜੇ ਹਾਂ, ਇੱਕ ਪਰਿਵਾਰ ਲਈ ਨਹੀਂ ਖੜੇ। ਤੇ ਅਸੀਂ ਦਲ ਬਦਲੂ ਨਹੀਂ, ਅਸੀਂ ਇੱਕ ਬੰਦੇ ਦੇ ਉਪਾਸ਼ਕ ਨਹੀਂ। ਬੜਾ ਇਹਨਾਂ ਦਾ ਜਿਗਰਾ ਹੈ, ਬੇਸ਼ਰਮੀ ਦੀ ਹੱਦ ਹੈ ਕਿ ਬਿਨਾਂ ਵਜ੍ਹਾ ਤੋਂ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਨੂੰ ਇਹ ਹੁਣ ਸੁਪਨੇ ਲਈ ਬੈਠੇ ਆ ਅਸੀਂ ਸ਼੍ਰੋਮਣੀ ਕਮੇਟੀ ਦੇ ਉੱਤੇ ਅਸੀਂ ਕਬਜ਼ਾ ਕਰਨਾ ਹੈ। ਔਰ ਇਹ ਵੀ ਮਾਣ ਹੈ ਸਾਨੂੰ। ਤੁਸੀਂ ਕਹਿੰਦੇ ਦੂਜਾ ਗੱਲ ਲਫ਼ਜ਼ ਤੁਸੀਂ ਵਰਤਿਆ ਬੇਸ਼ਰਮੀ, ਇਹਦੇ ਤੇ ਮੈਨੂੰ ਥੋੜ੍ਹਾ ਜਿਹਾ ਇਤਰਾਜ਼ ਹੈ, ਕਿਉਂਕਿ ਬੇਸ਼ਰਮੀ ਤਾਂ ਤੁਹਾਡੀ ਰਾਜਨੀਤਿਕ ਲੋਕਾਂ ਦੀ ਵਿਰਾਸਤ ਤੇ ਤੁਹਾਡਾ ਗਹਿਣਾ ਆ। ਭਾਈ ਕੀਰਤਨ ਕਰਨਾ ਇੱਕ ਵੱਖਰੀ ਗੱਲ ਹੈ, ਆਗੂ ਬਣਨਾ ਇੱਕ ਵੱਖਰੀ ਗੱਲ ਹੈ। ਸੋ ਬੇਨਤੀ ਇਹ ਹੈ ਵੀ ਪੋਸਟਾਂ ਪਾ ਕੇ ਨਾ ਇਲੈਕਸ਼ਨਾਂ ਜਿੱਤੀਆਂ ਜਾਣੀਆਂ ਨਾ ਹਾਰੀਆਂ ਜਾਣੀਆਂ। ਲੋੜ ਪਵੇ ਤੱਤੀ ਤਵੀ ਤੇ ਵੀ ਬਹਿ ਜਾਂਦਾ, ਲੋੜ ਪਵੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਵਾਂਗੂ ਸੱਚ ਦਾ ਹੋਕਾ ਵੀ ਦਿੰਦਾ ਹੈ, ਸੰਗਤਾਂ ਨੂੰ ਸੁਚੇਤ ਵੀ ਕਰਦਾ ਹੈ। ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਸਿੱਖ ਸਦਭਾਵਨਾ ਦਲ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਚੋਰ ਨੂੰ ਆਪਣਾ ਹੀ ਪਾਲਾ ਮਾਰ ਜਾਂਦਾ। ਪਿਛਲੇ ਦਿਨੀ ਅਸੀਂ ਉਮਰਾ ਨੰਗਲ ਨੂੰ ਸਰੋਪਾ ਦੇਣ ਵਾਲੇ 2 ਮੁਲਾਜ਼ਮ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਹੀ ਜਿਨ੍ਹਾਂ ਨੂੰ ਸਜ਼ਾ ਦਿੰਦਿਆਂ ਹੋਇਆਂ ਬਦਲੀ ਕੀਤੀ ਸੀਗੀ, ਪੰਜਾਬ ਤੋਂ ਬਾਹਰ ਕਰਤੇ ਸੀ, ਉਹਨਾਂ ਨੂੰ ਮੁੜ ਪੰਜਾਬ ਵਿੱਚ ਲੈ ਆਂਦਾ ਸੀ, ਜਿਹੜਾ ਕਿ ਤੱਥਾਂ ਦੇ ਤੇ ਸਬੂਤਾਂ ਦੇ ਆਧਾਰ 'ਤੇ ਅਸੀਂ ਵਿਖਾਇਆ ਸੀ ਕਿ ਕਿਵੇਂ ਸ਼੍ਰੋਮਣੀ ਕਮੇਟੀ ਨੇ ਆਪਣੀ ਹੀ ਬਣਾਈ ਹੋਈ ਪੜਤਾਲੀਆ ਕਮੇਟੀ ਦੀ ਬੇਇੱਜ਼ਤੀ ਕਰਦਿਆਂ, ਉਹਦੀ ਨਾ ਮੰਨਦਿਆਂ, ਉਹਨੂੰ ਨਾ ਪੁੱਛਦਿਆਂ ਕਿਵੇਂ ਉਹਨਾਂ ਦੇ ਆਰਡਰ ਇੱਥੇ ਕੀਤੇ ਸਨ। ਇਹ ਸਾਰੇ ਕਾਸੇ ਤੋਂ ਬੁਖਲਾਹਟ ਦੇ ਵਿੱਚ ਬਾਦਲ ਦਲੀਆਂ ਦਾ ਆਉਣਾ ਸੁਭਾਵਿਕ ਸੀਗਾ, ਅਤੇ ਜਾਂ ਜਿਨ੍ਹਾਂ ਦਾ ਅਜਿਹੇ ਮੈਨੇਜਰਾਂ ਦੇ ਨਾਲ ਪਿਆਰ ਹੈ ਉਹਨਾਂ ਦਾ ਬੁਖਲਾਹਟ ਵਿੱਚ ਆਉਣਾ ਸੁਭਾਵਿਕ ਹੀ ਸੀ। ਇਸ ਤਰ੍ਹਾਂ ਕੋਈ ਵਟਸਐਪ ਗਰੁੱਪ ਬਣਿਆ ਹੋਇਆ ਸੀਗਾ ਪਠਾਨਕੋਟ ਇਲਾਕੇ ਦੇ ਵਿੱਚ। ਉੱਥੋਂ ਦੇ ਇੱਕ ਚਾਵਲਾ ਜੀ ਨੇ ਜਿਨ੍ਹਾਂ ਦਾ ਕਿ ਬਾਦਲਾਂ ਨਾਲ ਕਾਫੀ ਸਾਂਝ ਪਿਆਲੀ ਅੱਜ ਕੱਲ੍ਹ, ਅਤੇ ਉਹ ਇੱਕ ਪੁਰਾਣੇ ਫੈਡਰੇਸ਼ਨ ਦੇ ਮੈਂਬਰ ਨੇ ਅਮਰਜੀਤ ਸਿੰਘ ਜੀ ਚਾਵਲਾ, ਉਹਨਾਂ ਦੇ ਭਤੀਜੇ ਵੀ ਨੇ, ਅਤੇ ਉਹ ਬਾਰ-ਬਾਰ ਪਾਰਟੀਆਂ ਵੀ ਬਦਲਦੇ ਰਹਿੰਦੇ ਨੇ। ਉਹਨਾਂ ਨੇ ਬੁਖਲਾਹਟ ਦੇ ਵਿੱਚ ਸਿੱਖ ਸਦਭਾਵਨਾ ਦਲ ਵਾਲਿਆਂ ਨੂੰ ਵੀਰਾਂ ਨੂੰ ਗਰੁੱਪ ਵਿੱਚ ਕੁਝ ਕਹਿ ਦਿੱਤਾ, ਬੜੀ ਭੜਕਵੀਂ ਆਵਾਜ਼ ਦੇ ਵਿੱਚ, ਬੜੇ ਦੁੱਖ ਦੇ ਨਾਲ ਕਿਹਾ ਕਿ ਮੇਰੇ ਬਾਰੇ ਵੀ ਉਹਨਾਂ ਨੇ ਕੁਛ ਗਲਤ ਬੋਲਿਆ। ਅਤੇ ਪਰ ਜੋ ਇੱਕ ਸਿੱਖ ਸਦਭਾਵਨਾ ਦਲ ਦੇ ਵੀਰ ਸਨ ਉਸ ਗਰੁੱਪ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ, ਜੋ ਉਹਨਾਂ ਨੇ ਜਵਾਬ ਦਿੱਤਾ ਨਾ ਉਹ ਵਾਕਈ ਸੰਗਤ ਜੀ ਸੁਣਨ ਵਾਲਾ ਹੈ, ਅਤੇ ਉਹ ਅਸੀਂ ਤੁਹਾਨੂੰ ਦੋਨੇ ਹੀ ਆਡੀਓਜ਼ ਸੁਣਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਅੱਜ ਇਸ ਪੋਸਟ ਉੱਤੇ ਬੋਲਣ ਦਾ ਮਕਸਦ ਇਹ ਨਹੀਂ ਕਿ ਮੈਂ ਕਿਸੇ ਦੀ ਕੋਈ ਗਵਾਹੀ ਭਰ ਰਿਹਾ, ਕਿਸੇ ਨੂੰ ਚੰਗਾ ਜਾਂ ਮਾੜਾ ਕਹਿ ਰਿਹਾ, ਪਰ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਜਿਹੜਾ ਇੱਕ ਸਿਸਟਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦਾ, ਚੋਣਾਂ ਦਾ, ਉਹ ਬਕਾਇਦਾ ਤੌਰ ਦੇ ਉੱਤੇ ਪੂਰੇ ਸਿਸਟਮ ਅਨੁਸਾਰ, ਕਾਨੂੰਨ ਅਨੁਸਾਰ ਉਹ ਚੋਣ ਕਰਵਾਈ ਜਾਂਦੀ ਹੈ। ਮੈਨੂੰ ਬੜਾ ਦੁੱਖ ਲੱਗਦਾ, ਜਿਵੇਂ ਭਾਈ ਗੁਰਦਾਸ ਦੀ ਵਾਰ ਹੈ, ਮੈਂ ਥੋੜ੍ਹੀ ਜਿਹੀ ਮੈਨੂੰ ਵਿਸਰ ਰਹੀ ਹੈ, ਸ਼ਾਇਦ ਉਹ 'ਚ ਹੁੰਦਾ ਵੀ ਉਹ ਦਾਖਾਂ ਤੱਕ ਹੱਥ ਨਹੀਂ ਪਹੁੰਚਦਾ ਤੇ ਕਹਿੰਦੇ ਦਾਖਾਂ ਕੌੜੀਆਂ। ਹੁਣ ਇਲੈਕਸ਼ਨਾਂ ਵੀ ਲੜਦੇ ਆ ਸਾਰੇ, ਜਿੱਤ ਸਕਦੇ ਨਹੀਂ, ਲੋਕ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ, ਹਾਰ ਜਾਂਦੇ ਆ। ਆ ਦਿੱਲੀ ਵਿੱਚ ਸਿੱਖ ਸਦਭਾਵਨਾ ਦਲ ਨੇ ਚੋਣਾਂ ਲੜੀਆਂ। ਜੋ ਲੋਕਾਂ ਨੇ ਮੁੱਦੇ ਮੂੰਹ ਇਹਨਾਂ ਨੂੰ ਸਿੱਟਿਆ ਉੱਥੇ ਸਣੇ ਬਲਦੇਵ ਸਿੰਘ ਵਡਾਲੇ ਦੇ, ਅਤੇ ਅੱਜ ਇਹ ਲੋਕ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਬੜਾ ਇਹਨਾਂ ਦਾ ਜਿਗਰਾ ਹੈ, ਬੇਸ਼ਰਮੀ ਦੀ ਹੱਦ ਹੈ ਕਿ ਬਿਨਾਂ ਵਜ੍ਹਾ ਤੋਂ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਨੂੰ ਇਹ ਹੁਣ ਸੁਪਨੇ ਲਈ ਬੈਠੇ ਆ ਅਸੀਂ ਸ਼੍ਰੋਮਣੀ ਕਮੇਟੀ ਦੇ ਉੱਤੇ ਅਸੀਂ ਕਬਜ਼ਾ ਕਰਨਾ ਹੈ। ਭਾਈ ਕੀਰਤਨ ਕਰਨਾ ਇੱਕ ਵੱਖਰੀ ਗੱਲ ਹੈ, ਆਗੂ ਬਣਨਾ ਇੱਕ ਵੱਖਰੀ ਗੱਲ ਹੈ। ਸੋ ਬੇਨਤੀ ਇਹ ਹੈ ਵੀ ਪੋਸਟਾਂ ਪਾ ਕੇ ਨਾ ਇਲੈਕਸ਼ਨਾਂ ਜਿੱਤੀਆਂ ਜਾਣੀਆਂ ਨਾ ਹਾਰੀਆਂ ਜਾਣੀਆਂ। ਪਹਿਲਾਂ ਤਾਂ ਲੋਕ ਬਹੁਤ ਸਿਆਣੇ ਨੇ, ਬਹੁਤ ਵਧੀਆ ਤਰੀਕੇ ਨਾਲ ਹਰ ਬੰਦਾ ਆਪਣੀ ਵੋਟ ਦਾ ਇਸਤੇਮਾਲ ਕਰਦਾ। ਦੂਜਾ ਸਾਹਿਬ ਹੱਥ ਵਡਿਆਈਆਂ ਜੈ ਭਾਵੇਂ ਤੈ ਦੇ, ਜਿਹਦੇ 'ਤੇ ਗੁਰੂ ਨੇ ਕਿਰਪਾ ਕਰਨੀ ਉਹਦੇ ਤੋਂ ਸੇਵਾ ਲੈਣੀ ਹੈ ਜੀ। ਅਤੇ ਐਵੇਂ ਪੋਸਟਾਂ ਪਾ ਕੇ ਆਪ ਹੀ ਜੱਜ ਬਣੀ ਜਾਣਾ ਜੀ, ਫਲਾਣਾ ਸਕੱਤਰ ਲੱਗ ਰਿਹਾ, ਫਲਾਣਾ ਉਹ ਲੱਗ ਰਿਹਾ, ਫਲਾਣਾ ਇੰਝ ਸੀ। ਆਪਣੇ ਅੰਦਰ ਝਾਤੀਆਂ ਮਾਰੋ, ਆਪਾਂ ਕਿੱਥੇ ਖੜ੍ਹੇ ਹਾਂ ਜੀ, ਪਤਾ ਹੀ ਨਹੀਂ। ਅਸੀਂ ਅੱਜ ਨਕਾਬ ਕਿਹੋ ਜਿਹੇ ਸਾਡੇ ਹੈਗੇ ਅੰਦਰ ਕੀ ਆ, ਸਭ ਨੂੰ ਆਪੋ ਆਪਣਾ ਪਤਾ। ਅਤੇ ਬਾਣੀ ਪੜ੍ਹੋ, ਸਿਮਰਨ ਕਰੋ, ਸੱਚੇ ਪਾਤਸ਼ਾਹ ਜੋ ਕਰੇਗਾ ਭਲਾ ਹੀ ਕਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਭਾਈ ਪਰਮਜੀਤ ਸਿੰਘ ਜੀ, ਜੋ ਉਹਨਾਂ ਨੇ ਜਵਾਬ ਦਿੱਤਾ ਨਾ ਉਹ ਵਾਕਈ ਸੰਗਤ ਜੀ ਸੁਣਨ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਇਸ ਗਰੁੱਪ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਮੈਂਬਰ ਨੇ ਸਾਰੇ ਉਹਨਾਂ ਨੂੰ ਫਤਿਹ ਪ੍ਰਵਾਨ ਕਰਨ ਜੀ। ਸੋ ਦਾਸ ਪਰਮਜੀਤ ਸਿੰਘ ਪਠਾਨਕੋਟ ਤੋਂ ਸਿੱਖ ਸਦਭਾਵਨਾ ਦਲ ਦਾ ਨਿਮਾਣਾ ਜਿਹਾ ਸੇਵਾਦਾਰ ਹੈ। ਅਤੇ ਮੈਂ ਇੱਕ ਪੋਸਟ ਪਾਈ ਸੀਗੀ ਜਿਹਦੇ 'ਤੇ ਆਪਣੇ ਸਾਡੇ ਵੀਰ ਜੀ ਨੇ ਭਾਈ ਗੁਰਵਿੰਦਰ ਸਿੰਘ ਜੀ, ਇਹਨਾਂ ਨੇ ਬੜਾ ਕਮੈਂਟ ਕਰਕੇ ਆਡੀਓ ਪਾਈ ਹੈ ਇੱਕ। ਇਹਨਾਂ ਨੂੰ ਕਾਫੀ ਸ਼ੌਂਕ ਹੈ ਆਡੀਓ ਪਾਉਣ ਦਾ। ਹਾਲਾਂਕਿ ਇਹ ਮੇਰੇ ਨਾ ਰੁਚੀ ਦੇ ਅਨੁਕੂਲ ਹੈ ਕਿ ਇਸ ਤਰ੍ਹਾਂ ਬਹਿਸ ਦਾ ਵਿਸ਼ਾ ਬਣਾਇਆ ਜਾਏ ਕਿਸੇ ਵੀ ਪੋਸਟ ਨੂੰ, ਅਤੇ ਨਾ ਹੀ ਇਹ ਆਪਣਾ ਜਿਹੜਾ ਸਿੱਖ ਸੰਗਤ ਗਰੁੱਪ ਹੈ ਇਹਦੇ ਵਿੱਚ ਵੀ ਐਡਮਿਨ ਸਾਹਿਬ ਨੇ ਬੇਨਤੀ ਕੀਤੀ ਹੋਈ ਹੈ ਕਿ ਰਾਜਨੀਤਿਕ ਪੋਸਟਾਂ ਨਾ ਪਾਈਆਂ ਜਾਣ। ਅਤੇ ਜੇ ਕਿਤੇ ਕੋਈ ਪੈਂਦੀ ਹੈ ਉਸ ਨੂੰ ਆਪਣੇ ਹਿਸਾਬ ਨਾਲ ਅਸੀਂ ਸਮਝਦੇ ਹਾਂ ਕਿ ਸਾਨੂੰ ਟਾਰਗੇਟ ਕੀਤਾ ਜਾਂ ਕਿਵੇਂ ਹੈ। ਤੋ ਕਿਉਂਕਿ ਇਹਦੇ 'ਚ ਹੁਣ ਕੁਝ ਕੁ ਗੱਲਾਂ ਉਹਨਾਂ ਨੇ ਐਸੀਆਂ ਕਹੀਆਂ ਜਿਨ੍ਹਾਂ ਦੇ ਜੇ ਮੈਂ ਜਵਾਬ ਨਾ ਦਿਆਂ ਤਾਂ ਫਿਰ ਸ਼ਾਇਦ ਮੈਂ ਦੋਸ਼ੀ ਹਾਂ, ਕਿਉਂਕਿ ਸਿੱਧੇ ਉਹਨਾਂ 'ਤੇ ਕੁਝ ਤਾਂ ਇਤਿਹਾਸ ਨੂੰ ਗਲਤ ਤੌਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਬੜੇ ਸਿੱਧੇ ਜਿਹੇ ਗਲਤ ਜਿਹੇ ਸ਼ਬਦ ਵਰਤੇ ਗਏ ਨੇ, ਉਹਨਾਂ ਦਾ ਇਸ ਕਰਕੇ ਮੈਂ ਜਵਾਬ ਦੇਣਾ ਜ਼ਰਾ ਜ਼ਰੂਰੀ ਸਮਝਦਾ। ਵਿਸਥਾਰ 'ਚ ਨਾ ਜਾਂਦਿਆਂ ਹੋਇਆਂ ਮੈਂ ਬਿਨਾਂ ਕਿਸੇ ਦੇ ਨਿੱਜੀ ਕਿਸੇ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਤਾਂ ਉਹਨਾਂ ਗੱਲਾਂ ਦਾ ਜਵਾਬ ਜ਼ਰੂਰ ਦੇਣਾ ਚਾਹਾਂਗਾ ਜੀ। ਉਹ ਇੱਦਾਂ ਆ, ਇੱਕ ਤਾਂ ਭਾਈ ਸਾਹਿਬ ਕਹਿ ਰਹੇ ਨੇ ਕਿ ਮੈਂ ਕਿਸੇ ਦੀ ਗਵਾਹੀ ਨਹੀਂ ਦਿੰਦਾ ਜਾਂ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਕਹਿੰਦਾ। ਚੋਣ ਸਿਸਟਮ ਅਨੁਸਾਰ ਹੀ ਸਾਰੀਆਂ ਚੋਣਾਂ ਹੁੰਦੀਆਂ ਅਤੇ ਉਹਦੇ ਅਨੁਸਾਰ ਹੀ ਫੈਸਲੇ ਲਏ ਜਾਂਦੇ ਆ। ਉਹ ਕੋਈ ਗੱਲ ਨਹੀਂ, ਉਹ ਤਾਂ ਚੰਗੀ ਗੱਲ ਹੈ, ਪਰ ਇਹ ਕੌਣ ਨਹੀਂ ਜਾਣਦਾ ਕਿ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹਾਊਸ ਹੈ ਉਹਨੂੰ ਤਾਂ ਕੋਰਟ ਵੀ ਗੈਰ ਕਾਨੂੰਨੀ ਕਹਿ ਚੁੱਕਾ ਆ, ਕਿਉਂਕਿ ਉਹ ਇਲੈਕਸ਼ਨ ਜਿਹੜੀ ਹੈ ਉਹਨਾਂ ਦੀ ਟਨਿਓਰ ਮੁੱਕ ਚੁੱਕੀ ਹੈ ਪਿਛਲੇ 4-5 ਸਾਲਾਂ ਤੋਂ ਬਿਹਤਰ ਤਾਂ ਇਹ ਹੈ ਕਿ ਜੇ ਤੁਹਾਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਚੱਲਣਾ ਆਉਂਦਾ ਜਾਂ ਇਹਨਾਂ ਗੱਲਾਂ ਨੂੰ ਵਧੀਆ ਸਮਝਦੇ ਹੋ ਅਤੇ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਤੁਹਾਡੀ ਸਰਕਾਰ ਸੈਂਟਰ 'ਚ ਵੀ ਹੈ, ਪੰਜਾਬ 'ਚ ਵੀ ਰਹੀ ਹੈ ਲਗਾਤਾਰ, ਅਤੇ ਉਹ ਇਲੈਕਸ਼ਨ ਟਾਈਮ ਸਿਰ ਕਰਵਾਓ। ਇਹ ਤਾਂ ਹੋ ਗਿਆ ਸਿਸਟਮ ਦੀ ਗੱਲ, ਬਹੁਤ ਵਧੀਆ ਆ। ਤੋ ਤੁਸੀਂ ਕਿਹਾ ਕਿ ਇੱਕ ਵੱਡੀ ਸੰਸਥਾ ਆ, ਇਸ ਗੱਲ 'ਤੇ ਤਾਂ ਸਾਨੂੰ ਤੁਹਾਡੇ ਤੋਂ ਵੀ ਵੱਧ ਮਾਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਟਕਸਾਲਾਂ, ਸੰਪਰਦਾਵਾਂ, ਇਹ ਸਿੱਖ ਧਰਮ ਦੀਆਂ ਵਿਰਾਸਤਾਂ ਨੇ, ਸਿੱਖ ਕੌਮ ਦਾ ਖਜ਼ਾਨਾ ਸਰਮਾਇਆ ਆ, ਜਿਨ੍ਹਾਂ ਤੋਂ ਤੁਸੀਂ ਕਹਿੰਦੇ ਹੋ ਕਿ ਕਬਜ਼ਾ ਕਰਨਾ। ਮੈਨੂੰ ਦੁੱਖ ਲੱਗਦਾ ਕਿ ਇਹ ਕਬਜ਼ਾ ਕਰਨ ਨੂੰ ਫਿਰਦੇ ਆ। ਨਹੀਂ, ਅਸੀਂ ਕਬਜ਼ਾ ਕਰਨਾ ਨਹੀਂ ਚਾਹੁੰਦੇ। ਸਿੱਖ ਸਦਭਾਵਨਾ ਦਲ ਇਹਨਾਂ ਸੰਸਥਾਵਾਂ ਦੇ ਉੱਤੇ ਇੱਕ ਪਰਿਵਾਰ ਦੇ ਹੋਏ ਕਬਜ਼ੇ ਨੂੰ ਛਡਾਉਣਾ ਚਾਹੁੰਦੀ ਹੈ। ਸੋ ਇਸ ਗੱਲ ਨੂੰ ਸਮਝ ਲੈਣਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਆ, ਉਹ ਸਾਡਾ ਵੀ ਓਨਾ ਹੀ ਹੈ ਜਿੰਨਾ ਸਾਰੇ ਪੰਥ ਦਾ ਆ, ਅਤੇ ਸਾਨੂੰ ਉਹਦੇ 'ਤੇ ਮਾਣ ਹੈ। ਉਹ ਸ਼ਹਾਦਤਾਂ ਨਾਲ ਲਿਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹਾਦਤਾਂ ਦੇ ਕੇ ਬਣੀ, ਪਰ ਅੱਜ ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਹੈ। ਸਾਡੀ ਲੜਾਈ ਉਸ ਪਰਿਵਾਰ ਨਾਲ ਹੈ। ਨੰਬਰ 1 ਤਾਂ ਇਹ ਕਲੀਅਰ ਕਰ ਲਿਓ ਜੀ ਗੱਲ। ਸੋ ਦੂਸਰੀ ਬੇਨਤੀ ਹੈ ਜੀ ਕਿ ਤੁਸੀਂ ਕਹਿੰਦੇ ਹੋ ਜੀ ਉਹ ਦਾਖਾਂ ਕੌੜੀਆਂ ਭਾਈ ਗੁਰਦਾਸ ਜੀ ਦੀਆਂ ਵਾਰ ਦਾ ਪ੍ਰਮਾਣ ਦੇ ਰਹੇ ਹੋ ਕਿ ਉਹ ਹੱਥ ਨਹੀਂ ਪਹੁੰਚਦਾ, ਤਾਂ ਫਿਰ ਉਹ ਕਹਿ ਲਓ ਕਿ ਇਸ ਤਰ੍ਹਾਂ ਉਹ ਬਹਾਨਾ ਮਾਰਦੇ ਆ ਕਿ ਦਾਖਾਂ ਕੌੜੀਆਂ ਹੈ ਜੀ। ਤੋ ਆਪ ਜੀ ਨੂੰ ਇਹ ਬੇਨਤੀ ਕਰਾਂ ਕਿ ਦਾਖਾਂ ਕੌੜੀਆਂ ਕੁਝ ਨਹੀਂ। ਜਿਸ ਤੁਸੀਂ ਰਾਜਨੀਤਿਕ ਦਲ ਨਾਲ ਸੰਬੰਧ ਰੱਖਦੇ ਹੋ, ਇਹ ਰਾਜਨੀਤਿਕ ਦਲ ਕਈ ਵਾਰ ਰਾਜ ਭਾਗ ਦੀ ਕੁਰਸੀ 'ਤੇ ਬਹਿ ਚੁੱਕਿਆ, ਕਈ ਵਾਰ ਵਿਰੋਧੀ ਧਿਰ 'ਚ ਬਹਿ ਚੁੱਕਿਆ। ਤੋ ਅੱਜ ਤੁਸੀਂ ਵਿਰੋਧੀ ਧਿਰ 'ਚ ਵਿੱਚ ਵੀ ਨਹੀਂ ਹੋ, ਅਤੇ ਕੀ ਤੁਸੀਂ ਕੀ ਤਖਤੀਆਂ ਫੜ ਕੇ ਫਿਰ ਰਹੇ ਹੋ, ਅਤੇ ਕੀ ਕਹੋਗੇ ਕਿ ਸਾਡਾ ਵੀ ਹੱਥ ਨਹੀਂ ਪਹੁੰਚਿਆ ਉੱਥੇ ਤੱਕ, ਦਾਖਾਂ ਤੱਕ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜਾਂ ਇੱਦਾਂ ਨਹੀਂ ਹੁੰਦਾ। ਤੋ ਇਹ ਸੰਘਰਸ਼ ਹੁੰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਜਿਗਰਾ ਬੜਾ ਇਹਨਾਂ ਦਾ, ਇਹ ਗੱਲ ਤਾਂ ਤੁਸੀਂ ਸਾਡੀ ਸਿਫਤ ਕੀਤੀ ਹੈ, ਅਤੇ ਅਸੀਂ ਇਹਨੂੰ ਪ੍ਰਵਾਨ ਕਰਦੇ ਹਾਂ ਕਿ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਦਾ, ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ ਨੇ, ਉਹਨਾਂ ਦਾ ਵੀ ਬਹੁਤ ਵੱਡਾ ਜਿਗਰਾ ਆ, ਅਤੇ ਜਿਨ੍ਹਾਂ ਨੇ ਤੁਹਾਡੇ 100 ਸਾਲ ਪੁਰਾਣੀ ਜਥੇਬੰਦੀ ਇੱਕ ਬੰਨੇ, ਦੂਸਰੇ ਬੰਨੇ ਉਹ ਜਥੇਬੰਦੀ ਜਿਹਨੂੰ ਤੁਸੀਂ ਪੰਥ ਵਿਰੋਧੀ ਕਹਿੰਦੇ ਹੋ ਅਤੇ ਕਾਂਗਰਸ ਕਹਿ ਸਕਦੇ ਹੋ, ਤੀਸਰੇ ਬੰਨੇ ਤੁਹਾਡੀ ਆਪ ਪਾਰਟੀ ਤੀਸਰੀ ਜਿਹੜੀ ਇੱਕ ਹੈ, ਅਤੇ ਚੌਥੇ ਬੰਨੇ ਤੁਹਾਡੀ BJP ਸੈਂਟਰ ਦੇ ਵਿੱਚ, ਇਹਨਾਂ ਚਾਰਾਂ ਧਾਕੜ ਪਾਰਟੀਆਂ ਦੇ ਹੁੰਦਿਆਂ ਹੋਇਆਂ ਪੂਰਾ ਟਿੱਲ ਲਾ ਕੇ ਇਲੈਕਸ਼ਨ ਕਮਿਸ਼ਨ ਦੀਆਂ ਪਾਵਰਾਂ ਨੂੰ ਵੀ ਵਰਤ ਕੇ ਸਿੱਖ ਸਦਭਾਵਨਾ ਦਲ ਨੂੰ ਜਿਹੜਾ ਆ ਤੁਸੀਂ ਇਲੈਕਸ਼ਨ ਕਰਨ ਤੋਂ ਰੋਕਣਾ ਵੀ ਚਾਹਿਆ, ਲੜਨ ਤੋਂ ਦਿੱਲੀ ਦੇ ਵਿੱਚ। ਅਤੇ ਮੈਂ ਉਹ ਹੱਥ ਕੌੜੀ ਦੀ ਗੱਲ ਤੁਹਾਡੀ ਕਰਨ ਲੱਗਿਆ ਕਿ ਤੁਸੀਂ ਕਹਿੰਦੇ ਹੋ ਹੱਥ ਨਹੀਂ ਪਹੁੰਚਦਾ, ਐਸੀ ਗੱਲ ਨਹੀਂ। ਤੱਥਾਂ ਨੂੰ ਖੋਜੋ, ਤੱਥਾਂ ਨੂੰ ਦੇਖੋ, ਇਤਿਹਾਸ ਨੂੰ ਵਾਚੋ। ਅਤੇ ਇਹ ਤਾਂ ਤੁਸੀਂ ਕਹਿੰਦੇ ਸੀ ਕਿ 25 ਸਾਲ ਅਸੀਂ ਰਾਜ ਕਰਨਾ ਹੈ ਵਿਧਾਨ ਸਭਾ ਦੇ ਵਿੱਚ, ਅਤੇ ਅੱਜ ਤੁਸੀਂ ਤੀਜੇ ਨੰਬਰ 'ਤੇ ਹੋ ਪੰਜਾਬ 'ਚ, ਅਤੇ ਇਹਦਾ ਹਾਰ ਜਿੱਤ ਤਾਂ ਹੁੰਦੀ ਆ। ਆਪ ਹੀ ਕਹਿੰਦੇ ਹੋ ਕਿ ਸਾਹਿਬ ਹੱਥ ਵਡਿਆਈਆਂ ਨੇ। ਜੇ ਸਾਹਿਬ ਹੱਥ ਵਡਿਆਈਆਂ ਨੇ ਫਿਰ ਤੁਸੀਂ ਇੰਨਾ ਦੁਖੀ ਕਿਉਂ? ਫਿਰ ਕਿਉਂ ਕਹਿੰਦੇ ਹੋ ਅਸੀਂ ਮੁੱਦੇ ਮੂੰਹ ਸੁੱਟਿਆ ਜੀ ਵਡਾਲਾ ਸਾਹਿਬ ਨੂੰ? ਨਹੀਂ, ਮੈਂ ਸੰਗਤ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਦਿੱਲੀ ਗੁਰਦੁਆਰਾ ਇਲੈਕਸ਼ਨ ਜਿਹੜੀ ਚੋਣ ਹੈ ਉਹ ਲੜੀ ਜਦੋਂ,
ਤੇ ਸਿੱਖ ਸਦਭਾਵਨਾ ਦਲ ਸਭ ਤੋਂ ਲੇਟ ਚੱਲਣ ਵਾਲੀ ਸੰਸਥਾ ਸੀਗੀ ਔਰ ਕੁਝ ਹਫ਼ਤੇ, ਸਿਰਫ 2 ਹਫ਼ਤੇ ਦਾ ਟਾਈਮ ਮਿਲਿਆ। ਕੋਈ ਮਿਲੀ ਭੁਗਤ ਨਾਲ ਇਹਨਾਂ ਸਾਰੀਆਂ ਪਾਰਟੀ ਦੀਆਂ ਨਾਲ ਕੋਈ ਚੋਣ ਨਿਸ਼ਾਨ ਨਹੀਂ ਜਾਰੀ ਹੋਣ ਦਿੱਤਾ ਗਿਆ ਸਿੱਖ ਸਦਭਾਵਨਾ ਦਲ ਨੂੰ। ਔਰ ਉਹਦੇ ਬਾਵਜੂਦ ਜਿਹੜਾ ਸੱਚ ਦਾ ਹੋਕਾ, ਪੰਥਕ ਮਸਲਿਆਂ ਦਾ ਹੋਕਾ ਔਰ ਸਹੀ ਸੋਚ ਜਾਗਰੂਕ ਕਰਨ ਦਾ ਕੰਮ ਸਿੱਖ ਸਦਭਾਵਨਾ ਦਲ ਨੇ ਕੀਤਾ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਤੁਹਾਡੇ ਐਡੀ ਵੱਡੀ ਪੁਰਾਣੀ ਪਾਰਟੀ ਹੋਣ ਦੇ ਬਾਵਜੂਦ, ਸੈਂਟਰ 'ਚ ਸਰਕਾਰ ਹੋਣ ਦੇ ਬਾਵਜੂਦ, ਸਾਰੀਆਂ 4 ਕੋਨਾ ਮੁਕਾਬਲਾ ਹੋਣ ਦੇ ਬਾਵਜੂਦ ਸਿੱਖ ਸਦਭਾਵਨਾ ਦਲ ਨੇ ਕੁੱਲ ਪੋਲ ਹੋਈਆਂ ਵੋਟਾਂ ਦੇ ਵਿੱਚੋਂ 3 ਹਿੱਸਾ ਵੋਟਾਂ ਪ੍ਰਾਪਤ ਕੀਤੀਆਂ ਪਹਿਲੀ ਵਾਰ ਲੜ ਕੇ। ਸਾਡੀ ਇਹ ਬਹੁਤ ਵੱਡੀ ਜਿੱਤ ਹੈ। ਤੁਸੀਂ ਕਹਿੰਦੇ ਹੋ ਟਿਕਟ ਨਹੀਂ ਮਿਲੀ, ਇਹ ਵੀ ਦੱਸਦੇ ਹਾਂ ਆਪ ਜੀ ਨੂੰ, ਉਹ ਹਲਕਿਆਂ ਦੇ ਵਿੱਚ 2 ਜਾਂ 3 ਨੰਬਰ 'ਤੇ ਸਿੱਖ ਸਦਭਾਵਨਾ ਦਲ ਰਿਹਾ ਪਹਿਲੀ ਵਾਰ ਇਲੈਕਸ਼ਨ ਲੜ ਕੇ, ਤੇ 2 ਹਫ਼ਤਿਆਂ ਦੀ ਤਿਆਰੀ ਨਾਲ ਕੇਵਲ। ਇਹ ਅਸੀਂ ਸਮਝਦੇ ਹਾਂ ਕਿ ਇਹ ਸਿੱਖ ਸੰਗਤਾਂ ਸੁਚੇਤ ਹੋ ਰਹੀਆਂ, ਤਾਂ ਹੋਇਆ। ਤੇ ਇਹ ਅਸੀਂ ਇਹਨੂੰ ਫਿਰ ਵੀ ਹਾਰ ਨਹੀਂ ਮੰਨਦੇ। ਤੇ ਉਸ ਵਕਤ ਕਿਉਂਕਿ ਜੀਕੇ ਸਾਹਿਬ ਤੁਹਾਡੇ ਦਲ ਦੇ ਵਿੱਚ ਸਨ, ਅੱਜ ਤੁਹਾਨੂੰ ਗਾਲਾਂ ਕੱਢਦੇ ਹੋ ਭਾਵੇਂ, ਕਿਉਂਕਿ ਇਹ ਰਾਜਨੀਤਿਕ ਲੋਕਾਂ ਦਾ ਕੋਈ ਮਨੋਰਥ, ਕੋਈ ਧਰਮ ਨਹੀਂ ਹੁੰਦਾ। ਤੁਸੀਂ ਵੀ ਇਸ ਵਰਤਾਰੇ 'ਚੋਂ ਲੰਘ ਚੁੱਕੇ ਹੋ, 5-6 ਪਾਰਟੀਆਂ ਦਾ ਤੁਸੀਂ ਵੀ ਬਦਲ ਚੁੱਕੇ ਹੋ। ਸੋ ਖੈਰ ਇਹ ਰਾਜਨੀਤਿਕ ਬਹਿਸ ਹੋ ਜਾਏਗੀ, ਮੈਂ ਉੱਧਰ ਜਾਣਾ ਹੀ ਨਹੀਂ ਚਾਹੁੰਦਾ। ਤੇ ਇਹ ਦੱਸੋ ਕਿ ਅੱਜ ਉਹ ਤੁਹਾਡੇ ਜੀਕੇ ਸਾਹਿਬ ਦਿੱਲੀ ਦੀਆਂ ਲੋਕਲ ਇਲੈਕਸ਼ਨਾਂ ਦੇ ਵਿੱਚ ਸਾਡੇ ਸੇਵਾਦਾਰ ਉੱਥੋਂ ਦੇ ਮਹਾਂ ਸਿੰਘ ਨੇ, ਉਹਨਾਂ ਦੇ ਹੱਥੋਂ ਹਾਰ ਚੁੱਕੇ ਨੇ। ਅੱਜ ਉਸ ਲੋਕਲ ਗੁਰਦੁਆਰਾ ਸਾਹਿਬ, ਮੈਨੂੰ ਹਲਕੇ ਦਾ ਨਾਂ ਤਾਂ ਯਾਦ ਨਹੀਂ, ਜੇ ਕਹੋਗੇ ਤਾਂ ਦੱਸ ਦਿਆਂਗੇ ਪਤਾ ਕਰਕੇ, ਉੱਥੇ ਅੱਜ ਜੀਕੇ ਨੂੰ ਹਰਾ ਕੇ ਉਹ ਉੱਥੇ ਕਾਮਯਾਬ ਹੋਏ ਨੇ। ਇਹ ਤਾਂ ਚਲੋ ਮਹਾਰਾਜ ਦੀਆਂ ਵਡਿਆਈਆਂ ਨਾ, ਅਸੀਂ ਤਾਂ ਮੰਨਦੇ ਹਾਂ ਕਿ ਮਹਾਰਾਜ ਦੀਆਂ ਵਡਿਆਈਆਂ ਉਹ ਸਾਹਿਬਾਤ ਵਡਿਆਈਆਂ ਜਿਹਨੂੰ ਦੇਣਗੇ। ਇੱਕ ਤੁਸੀਂ ਗੱਲ ਕੀਤੀ ਹੈ ਜਿਗਰੇ ਦੀ, ਇਹ ਤਾਂ ਅਸੀਂ ਮੰਨ ਲਿਆ ਕਿ ਸਾਡਾ ਜਿਗਰਾ ਆ, ਅਸੀਂ ਜਿਗਰੇ ਦੇ ਨਾਲ ਤੁਰੇ ਹਾਂ ਕਿਉਂਕਿ ਪੰਥ ਦੇ ਕੰਮ ਲਈ ਤੁਰੇ ਹਾਂ, ਔਰ ਇਹ ਵੀ ਮਾਣ ਹੈ ਸਾਨੂੰ। ਤੁਸੀਂ ਕਹਿੰਦੇ ਦੂਜਾ ਗੱਲ ਲਫ਼ਜ਼ ਇੱਕ ਤੁਸੀਂ ਵਰਤਿਆ ਬੇਸ਼ਰਮੀ, ਇਹਦੇ 'ਤੇ ਮੈਨੂੰ ਥੋੜ੍ਹਾ ਜਿਹਾ ਇਤਰਾਜ਼ ਹੈ ਕਿਉਂਕਿ ਬੇਸ਼ਰਮੀ ਤਾਂ ਤੁਹਾਡੀ ਰਾਜਨੀਤਿਕ ਲੋਕਾਂ ਦੀ ਵਿਰਾਸਤ ਤੇ ਤੁਹਾਡਾ ਗਹਿਣਾ ਆ। ਤੁਸੀਂ ਇੱਕ ਲਫ਼ਜ਼ ਗਲਤ ਵਰਤਿਆ ਵੀ ਕੀਰਤਨ ਕਰਨਾ ਤੇ ਆਗੂ ਬਣਨਾ ਹੋਰ ਗੱਲ ਹੈ। ਤੇ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਸਿੱਖ ਇਤਿਹਾਸ ਤੋਂ ਵਾਕਫ ਹੋਵੋ। 4 ਲਫ਼ਜ਼ ਬੋਲ ਕੇ ਆਡੀਓ ਪਾ ਦੇਣ ਦੇ ਨਾਲ ਤੁਸੀਂ ਸਿੱਖ ਇਤਿਹਾਸ ਦੇ ਜਾਣਕਾਰ ਜਾਂ ਕਹਿ ਲਓ ਕਿ ਤੁਸੀਂ ਉਹ ਨਹੀਂ ਬਣ ਜਾਂਦੇ ਕਿ ਤੁਸੀਂ ਅਲੰਬਰਦਾਰ ਵੀ ਅਸੀਂ ਦੱਸ ਸਕਦੇ ਹਾਂ ਇਤਿਹਾਸ ਕੀ ਹੈ। ਇਤਿਹਾਸ ਇਹ ਹੈ ਕਿ ਲੋੜ ਪਵੇ ਤਾਂ ਸਿੱਖ ਜਾਂ ਸਿੱਖ ਗੁਰੂ ਜਾਂ ਸਿੱਖ ਆਗੂ ਰਬਾਬ ਫੜ ਕੇ ਕੀਰਤਨ ਵੀ ਕਰ ਲੈਂਦਾ, ਸਰੰਦੇ 'ਤੇ ਕੀਰਤਨ ਵੀ ਕਰ ਲੈਂਦਾ। ਲੋੜ ਪਵੇ ਤੇ ਉਹ ਹਥਿਆਰ ਵੀ ਚੱਕ ਕੇ ਘੋੜੇ 'ਤੇ ਚੜ੍ਹ ਕੇ ਸ਼ਸਤਰਦਾਨ ਦੇ ਨਾਲ ਮੁਕਾਬਲਾ ਕਰ ਲੈਂਦਾ ਦੁਸ਼ਮਣਾਂ ਦਾ। ਲੋੜ ਪਵੇ ਤੱਤੀ ਤਵੀ 'ਤੇ ਵੀ ਬਹਿ ਜਾਂਦਾ। ਲੋੜ ਪਵੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਵਾਂਗੂ ਸੱਚ ਦਾ ਹੋਕਾ ਵੀ ਦਿੰਦਾ, ਸੰਗਤਾਂ ਨੂੰ ਸੁਚੇਤ ਵੀ ਕਰਦਾ। ਔਰ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਭਾਈ ਬਲਦੇਵ ਸਿੰਘ ਜੀ ਵਡਾਲਾ ਸਿੱਖ ਸਦਭਾਵਨਾ ਦਲ ਦੇ ਉਹ ਕੀਰਤਨੀਏ ਦੇ ਵਿੱਚੋਂ ਇੱਕ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਆ ਕਿ ਕੀਰਤਨੀਏ ਨੇ ਗੁਰੂ ਦੀ ਸਿਫਤ ਕਰਨਾ, ਉਹਨਾਂ ਦਾ ਜਿਹੜਾ ਹੈ ਉਹ ਮਹਾਰਾਜ ਦੀ ਦਾਤ ਬਖਸ਼ੀ ਹੋਈ ਹੈ ਉਹਨਾਂ ਨੂੰ, ਤੇ ਉਸ ਦਾਤ ਦੇ ਵਿੱਚੋਂ ਇੱਕ ਸੰਘਰਸ਼ ਦਾ ਉਹ ਹੁਕਮ ਲੈ ਕੇ ਪਾਤਸ਼ਾਹ ਦਾ ਤੇ ਇੱਕ ਪ੍ਰੇਰਨਾ ਲੈ ਕੇ ਤੁਰੇ ਨੇ। ਤੇ ਜਦੋਂ ਗੁਰੂ ਦਾ ਜਸ ਗਾਉਣ ਵਾਲੇ ਆਪਣੇ ਫਰਜ਼ਾਂ ਨੂੰ ਪਛਾਣ ਕੇ ਤੇ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਲਈ ਪੰਥਕ ਮਸਲਿਆਂ ਦੇ ਹੱਲ ਵਾਸਤੇ ਉੱਠ ਖਲੋਣ, ਉਦੋਂ ਤੁਹਾਡਾ ਦੁਖੀ ਹੋਣਾ ਤਾਂ ਬਣਦਾ ਹੀ ਹੈ ਕਿਉਂਕਿ ਤੁਸੀਂ ਉਸ ਜਮਾਤ ਨਾਲ ਸੰਬੰਧਿਤ ਹੋ ਜਿਹੜੀ ਕਈ ਸਦੀਆਂ ਤੋਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਤਾਂ ਇਸ ਕਰਕੇ ਮੈਂ ਬੇਨਤੀ ਕਰਾਂ ਕਿ ਇਤਿਹਾਸ ਨੂੰ ਨਾ ਬਦਲੋ। ਰਬਾਬ, ਤਵੀ, ਤੱਤੀ ਤਵੀ, ਤੇਗ, ਤੀਰ, ਕਮਾਨ, ਜੇ ਤਾਂ ਭੁਲੇਖਾ ਆ ਤਾਂ ਗੁਰਦੁਆਰਾ ਸੁੰਦਰ ਨਗਰ ਦੇ ਵਿੱਚ ਇੱਕ ਤਸਵੀਰ ਲੱਗੀ ਹੋਈ ਹੈ ਭਾਈ ਬਾਬਕ ਜੀ ਦੀ, ਜਿਨ੍ਹਾਂ ਦੇ ਇੱਕ ਮੋਢੇ ਦੇ ਉੱਤੇ ਤੀਰ ਕਮਾਨ ਆ ਔਰ ਦੂਸਰੇ ਮੋਢੇ ਦੇ ਉੱਤੇ ਉਹਨਾਂ ਦੇ ਸਰੰਦਾ ਜਾਂ ਰਬਾਬ ਹੈ। ਜਦ ਸਮਾਂ ਮਿਲਦਾ ਤਾਂ ਉਹ ਗੁਰੂ ਦੀ ਉਸਤਤ ਕਰਦੇ ਨੇ, ਕੀਰਤੀ ਕਰਦੇ ਨੇ, ਤੇ ਜਦੋਂ ਲੋੜ ਪੈਂਦੀ ਹੈ ਤਾਂ ਉਹ ਸੰਘਰਸ਼ ਕਰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਸੰਗਤ ਸਿਆਣੀ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਸੰਗਤਾਂ ਅਵਿਸਲੀਆਂ ਹੁੰਦੀਆਂ ਨੇ, ਲੋਕ ਗਿਆਨ ਤੋਂ ਵੀ ਹੁਣੇ ਹੁੰਦੇ ਨੇ, ਤੇ ਜਦੋਂ ਲੋੜ ਪੈਂਦੀ ਹੈ ਤਾਂ ਉਦੋਂ ਬਾਬੇ ਨਾਨਕ ਨੂੰ ਇਹ ਗੱਲ ਕਹਿਣੀ ਪੈਂਦੀ ਹੈ, ਭਾਈ ਗੁਰਦਾਸ ਜੀ ਨੂੰ ਇਹ ਗੱਲਾਂ ਕਹਿਣੀਆਂ ਪੈਂਦੀਆਂ ਕਿ ਪ੍ਰਜਾ ਅੰਧੀ ਗਿਆਨ ਹੋਣੀ ਭਾਹੇ ਪਰੇ ਮੁਰਦਾਰ, ਤੇ ਪ੍ਰਜਾ ਨੂੰ ਤੇ ਜਨਤਾ ਨੂੰ ਸੁਚੇਤ ਕਰਨ ਵਾਸਤੇ ਹੋਕੇ ਦੇਣੇ ਪੈਂਦੇ ਨੇ। ਉਹ ਸਿੱਖ ਸਦਭਾਵਨਾ ਨਾਲ ਉਹ ਕੰਮ ਕਰ ਰਿਹਾ ਹੈ। ਤੋ ਇਸ ਕਰਕੇ ਅਸੀਂ ਤਾਂ ਅੰਦਰੋਂ ਆਵਾਜ਼ ਆਤਮਾ ਦੀ ਸੁਣ ਕੇ ਤੇ ਸੱਚ ਦੇ ਨਾਲ ਖੜੇ ਹਾਂ, ਤੇ ਸਾਨੂੰ ਇਹ ਮਾਣ ਹੈ ਕਿ ਅਸੀਂ ਪੰਥਕ ਮੁੱਦਿਆਂ ਲਈ ਖੜੇ ਹਾਂ, ਅਸੀਂ ਧਾਰਮਿਕਤਾ ਲਈ ਖੜੇ ਹਾਂ, ਅਸੀਂ ਕੌਮ ਲਈ ਖੜੇ ਹਾਂ, ਇੱਕ ਪਰਿਵਾਰ ਲਈ ਨਹੀਂ ਖੜੇ, ਤੇ ਅਸੀਂ ਦਲ ਬਦਲੂ ਨਹੀਂ, ਅਸੀਂ ਇੱਕ ਬੰਦੇ ਦੇ ਉਪਾਸ਼ਕ ਨਹੀਂ, ਅਸੀਂ ਇੱਕ ਉਸ ਸੋਚ ਨਾਲ ਖੜੇ ਹਾਂ ਜਿਹੜੀ ਪੰਥਕ ਸੋਚ ਹੈ। ਅਸੀਂ ਰਾਜਨੀਤਿਕਾਂ ਨੂੰ ਭਜਾਉਣਾ ਚਾਹੁੰਦੇ ਹਾਂ, ਗੁਰਦੁਆਰੇ ਦੇ ਪ੍ਰਬੰਧ 'ਚੋਂ ਬਾਹਰ ਕੱਢਣਾ ਚਾਹੁੰਦੇ ਹਾਂ, ਜੀਵਨ ਵਾਲੇ ਲੋਕਾਂ ਨੂੰ, ਧਾਰਮਿਕ ਲੋਕਾਂ ਨੂੰ ਜਿਨ੍ਹਾਂ 'ਤੇ ਜ਼ਿੰਮੇਵਾਰੀ ਕੋਈ ਆਇਦ ਕੀਤੀ ਜਾ ਸਕੇ ਉਹਨਾਂ ਨੂੰ ਪ੍ਰਬੰਧ ਵਿੱਚ ਲਿਆਉਣਾ ਚਾਹੁੰਦੇ ਹਾਂ। ਸੋ ਇਸ ਕਰਕੇ ਇਹ ਬੇਨਤੀ ਹੈ। ਤੇ ਤੁਸੀਂ
ਤੁਸੀਂ ਕਿਹਾ ਬਾਣੀ ਪੜ੍ਹੋ, ਸਿਮਰਨ ਕਰੋ, ਇਹਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ, ਕਿਉਂਕਿ ਹਰ ਗੁਰਸਿੱਖ ਦਾ ਫਰਜ਼ ਬਣਦਾ ਆ ਕਿ ਕਿਸੇ ਨੂੰ ਪ੍ਰੇਰਨਾ ਕਰਨੀ, ਆਪ ਜਪਣਾ, ਦੂਜਿਆਂ ਨੂੰ ਜਪਾਉਣਾ। ਸਤਿਗੁਰੂ ਜੀ ਜਿੰਨੀ ਕੁ ਬਖਸ਼ਿਸ਼ ਕਰਦੇ ਨੇ ਤੇ ਅਸੀਂ ਉਹ ਬਾਣੀ ਪੜ੍ਹਨ ਦਾ ਯਤਨ ਕਰਦੇ ਹਾਂ। ਤੋ ਰੋਜ਼ਾਨਾ ਸਾਡੀ ਗੁਰਦੁਆਰਾ ਸੁੰਦਰ ਨਗਰ ਵਿਖੇ ਤਾਂ ਸੰਥਿਆ ਵੀ ਹੁੰਦੀ ਹੈ, ਗੁਰਬਾਣੀ ਦੇ ਅਰਥ ਵੀ ਪੜ੍ਹੇ ਜਾਂਦੇ ਆ। ਆਪ ਜੀ ਨੂੰ ਵੀ ਸੱਦਾ ਦਿੰਦੇ ਹਾਂ, ਤੁਸੀਂ ਵੀ ਆਓ, ਆਪਾਂ ਬਹਿ ਕੇ ਉੱਥੇ ਬਾਣੀ ਪੜ੍ਹੀਏ। ਤੁਸੀਂ ਆਪਣੇ ਹਾਜ਼ਮੇ ਨੂੰ ਇੰਨੀ ਕੁ ਹੀ ਬੇਨਤੀ ਹੈ ਕਿ ਥੋੜ੍ਹਾ ਜਿਹਾ ਤਕੜਾ ਕਰੋ, ਕਿਉਂਕਿ ਕਾਫੀ ਗੱਲਾਂ ਸੁਣਨੀਆਂ ਪੈਣੀਆਂ, ਕਾਫੀ ਜਵਾਬ ਦੇਣੇ ਪੈਣੇ ਆ। ਆਪ ਜੀ ਦਾ ਧੰਨਵਾਦ, ਜਿਹੜੀ ਤੁਸੀਂ ਇੱਕ ਦੋ ਵਿੱਚ ਵਧੀਆ ਗੱਲਾਂ ਕੀਤੀਆਂ। ਸਿਮਰਨ ਕਰੋ, ਬਾਣੀ ਪੜ੍ਹੋ, ਜ਼ਰੂਰ ਆਪ ਜੀ ਦੀ ਮਹਾਰਾਜ ਕਿਰਪਾ ਕਰੇ। ਸਾਡੇ ਲਈ ਅਰਦਾਸ ਵੀ ਕਰਿਓ ਵੀ ਅਸੀਂ ਵੱਧ ਬਾਣੀ ਪੜ੍ਹ ਸਕੀਏ, ਵੱਧ ਸਿਮਰਨ ਕਰ ਸਕੀਏ, ਕਿਸੇ ਇੱਕ ਦੇ ਹੋ ਕੇ ਇੱਕ ਖਸਮ ਨੂੰ ਬਣਾ ਕੇ ਉਹਦੇ ਨਾਲ ਰਹਿ ਸਕੀਏ। ਸੋ ਇਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਫਿਰ ਵੀ ਮੈਂ ਮਾਫੀ ਚਾਹਾਂਗਾ ਬਾਕੀ ਸੰਗਤਾਂ ਕੋਲੋਂ, ਕਿਉਂਕਿ ਇੰਨਾ ਸਮਾਂ ਕਿਸੇ ਕੋਲ ਨਹੀਂ ਹੁੰਦਾ ਸੁਣਨ ਦਾ। ਸੋ ਇਸ ਕਰਕੇ ਗੱਲਾਂ ਨਾ ਆਪਾਂ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੋ ਸਾਧ ਸੰਗਤ ਜੀ, ਇਹ ਸਾਰਾ ਕੁਝ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਜੋ ਸੋਚ ਆਪਣੇ ਸੇਵਾਦਾਰਾਂ ਨੂੰ ਦਿੱਤੀ ਹੈ, ਉਹ ਇਹਦੇ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ। ਅਤੇ ਸਿੱਖ ਸਦਭਾਵਨਾ ਦਲ ਦੀ ਭਰਤੀ ਮੁਹਿੰਮ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਪੰਜਾਬ ਭਰ ਵਿੱਚ ਵੀ ਚੱਲ ਰਹੀ ਹੈ। ਅਤੇ ਸੋ ਤੁਸੀਂ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਬਣੋ ਅਤੇ ਚੰਗੇ ਨੌਜਵਾਨ ਸਿੱਖ ਸਦਭਾਵਨਾ ਦਲ ਨਾਲ ਜ਼ਰੂਰ ਜੁੜਨ। ਇਹ ਸਾਡੀ ਜੁਝਾਰ ਟਾਈਮ ਵੱਲੋਂ ਵੀ ਅਪੀਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।